ਨਾਰਥ ਅਮਰੀਕਨ ਬਲਾਕ ਦੇ ਵਿੱਚ ਬੇਸ਼ੱਕ ਇਹ ਘੱਟ ਚਰਚਿਤ ਰਿਹਾ, ਬਾਕੀ ਦੇ ਸਾਰੇ ਸੰਸਾਰ ਦੇ ਵਿੱਚ ਕਿ ਅਮਰੀਕਨ ਡਾਲਰ ਨੂੰ ਕੀ ਚੁਣੌਤੀਆਂ ਪੇਸ਼ ਕਰ ਰਹੀਆਂ ਨੇ ਕੁਝ ਕੁ ਫੋਰਸਿਸ। ਇਸ ਦੇ ਬਾਰੇ ਵੀ ਅੱਜ ਗੱਲਬਾਤ ਹੋਏਗੀ। ਸਾਰੀ ਸਭ ਤੋਂ ਪਹਿਲਾਂ ਤਾਂ ਇਹਦੇ ਬਾਰੇ ਸਾਨੂੰ ਦੱਸੋ ਕਿ ਕੱਲ੍ਹ ਇੰਟਰਸਟ ਰੇਟ ਨਹੀਂ ਵਧਿਆ ਔਰ ਬੈਂਕ ਆਫ ਕੈਨੇਡਾ ਨੇ ਉੱਥੇ ਹੀ ਸਥਿਰ ਰੱਖਿਆ 4.5% ਤੇ। ਇਹ ਕਿਸ ਚੀਜ਼ ਦਾ ਪ੍ਰਤੀਕ ਆ ਕਿ ਹੁਣ ਬਸ ਇੰਟਰਸਟ ਰੇਟ ਜ਼ੋਰ ਲੱਗਣਾ ਸੀ, ਲੱਗ ਗਿਆ, ਘਟਣਗੇ ਸਗੋਂ? ਲੇਕਿਨ ਦੇ ਹੈਵ ਕੈਪਟ ਅ ਸੇਫ ਡੋਰ ਫॉर देमसेल्फ ਆਲਸੋ। ਉਹਨਾਂ ਦਾ ਇਹ ਕਹਿਣਾ ਸੀਗਾ ਵੀ ਜੇ ਲੋੜ ਪਈ ਤਾਂ ਵਧਾ ਸਕਦੇ ਆ, ਜਿਸ ਤਰ੍ਹਾਂ ਕਿ ਉਹ ਜਨਵਰੀ 'ਚ ਵੀ ਉਹਨਾਂ ਨੇ ਕਿਹਾ ਸੀਗਾ ਕਿ ਦੇ ਵਿਲ ਸਿਟ ਔਨ ਅ ਸਾਈਡ ਲਾਈਨ ਐਂਡ ਵਾਚ ਇਟ। ਫਾਈਨੈਂਸ਼ੀਅਲ ਮਾਰ ਜਿਹੜੀ ਹੈ ਇਸ ਚੀਜ਼ ਦੀ ਪਈ ਹੈਗੀ ਆ। ਕੋਈ ਇੱਕ ਜਿਹੜਾ ਬੈਂਕਿੰਗ ਸਿਸਟਮ ਸੀਗਾ ਸਵਿਫਟ ਸਿਸਟਮ, ਉਹ ਰਸ਼ੀਆ ਦਾ ਬਲੌਕ ਕਰ ਦਿੱਤਾ ਗਿਆ। ਰਸ਼ੀਆ ਕੋਲ ਜਿਹੜੇ ਵੀ ਰਸ਼ੀਆ ਦੇ ਨੈਸ਼ਨਲ ਬੈਂਕ ਸੀਗੇ, ਉਹਨਾਂ ਕੋਲ ਜਿੰਨੀਆਂ ਵੀ ਐਸੈਟਸ ਸੀਗੀਆਂ ਉਹ ਉਹਨਾਂ ਦੀ ਫ੍ਰੀਜ਼ ਹੋ ਗਈਆਂ, ਕਿਉਂਕਿ ਸਵਿਫਟ ਸਿਸਟਮ ਨੂੰ ਅਮਰੀਕਾ ਕੰਟਰੋਲ ਕਰਦਾ ਹੈ। ਇਹ ਜੇ ਸੁਝਾਅ ਦਿੰਦੇ ਨੇ ਕਿ ਅਸੀਂ 골ਡ ਦੇ ਨਾਲ ਨੂੰ ਪੈਕ ਕਰਾਂਗੇ ਆਪਣੀ ਕਰੰਸੀ ਨੂੰ, ਤੇ 골ਡ ਦੀ ਦਾ ਜੋ ਕਿ ਇਹ ਮਾਰਕੀਟ ਦਾ ਸਾਰੇ 골ਡ ਦੇ ਨਾਲ ਆਪਣੀ ਕਰੰਸੀ ਪੈਕ ਕਰਨਗੇ। ਜੇ 골ਡ ਦੇ ਨਾਲ ਪੈਕ ਕਰਦੇ ਨੇ, ਸੈਂਟ ਸਾਹਿਬ ਇਸ ਦਾ ਦੁਨੀਆ ਦੇ ਅੰਦਰ ਸਭ ਤੋਂ ਵੱਧ 골ਡ ਦੀ ਰਿਜ਼ਰਵ ਹੈ ਉਹ ਯੂਐਸ ਕੋਲ ਹੈ। ਅੱਛਾ, ਅਖੀਰ ਦੇ ਵਿੱਚ ਇਹ ਜ਼ਰੂਰ ਦੱਸਣਾ ਕਿ ਕੈਨੇਡਾ ਵਰਗੇ ਮੁਲਕਾਂ ਦੇ ਵਿੱਚ ਵੀ ਹੁਣ ਸੁਣ ਰਹੇ ਹਾਂ ਅਸੀਂ ਕਿ ਕੈਸ਼ ਖਤਮ ਹੋ ਜਾਣਾ ਔਰ ਜਿਹੜੀ ਡਿਜੀਟਲ ਕਰੰਸੀ ਆ ਜਾਂ ਕਾਰਡਸ ਦੇ ਉੱਤੇ ਟ੍ਰਾਂਜੈਕਸ਼ਨ ਸਾਰੀਆਂ ਹੋਣੀਆਂ ਨੇ। ਕਿਸੇ ਕੋਲੇ ਬੈਂਕਾਂ ਤਾਂ ਹੁਣ ਕਈ ਬੈਂਕਾਂ ਤਾਂ ਹੁਣ ਵੀ ਨੱਕ ਬੁੱਲ ਮਾਰਦੀਆਂ, ਕੈਸ਼ ਨਹੀਂ ਲੈਣਾ ਚਾਹੁੰਦੇ, ਕਈ ਬਿਜ਼ਨੈਸਿਸ ਕੈਸ਼ ਨਹੀਂ ਲੈਣਾ ਚਾਹੁੰਦੇ। ਲਾਰਜ ਸਮਸ ਨੂੰ ਬੈਂਕਸ ਜਿਹੜੀਆਂ ਨੇ ਉਹ ਡਿਸਕਰੇਜ ਕਰਦੀਆਂ ਨੇ। ਸੋ ਜੇ ਕੈਸ਼ ਖਤਮ ਹੋ ਗਿਆ, ਕੰਮ ਤੇ ਬਹੁਤ ਸੌਖਾ ਹੋ ਜਾਏਗਾ। ਹਰ ਨਿੱਕੀ ਟ੍ਰਾਂਜੈਕਸ਼ਨ, ਚਾਹ ਦੇ ਕੱਪ ਤੋਂ ਲੈ ਕੇ ਵੱਡੀਆਂ ਟ੍ਰਾਂਜੈਕਸ਼ਨਸ ਜਿਹੜੀਆਂ ਨੇ ਉਹ ਕ੍ਰੈਡਿਟ ਕਾਰਡ ਤੇ ਹੋਣ ਲੱਗ ਪੈਣਗੀਆਂ, ਰੈਕਡ ਦੇ ਵਿੱਚ ਹੋਣਗੀਆਂ। ਇਹ ਜਿਹੜੀ ਕਰੰਸੀ ਦਾ ਖਤਮ ਹੋ ਜਾਣਾ ਤੇ ਡਿਜੀਟਲ ਕਰੰਸੀ ਦਾ ਆ ਜਾਣਾ ਸਾਡੀ ਇਕਨੋਮੀ ਨੂੰ The Harjinder Thin Show। ਚਲੰਤ ਮਾਮਲਿਆਂ ਦੇ ਵਿੱਚ ਰੁਪਈਏ ਪੈਸੇ ਦੀ, ਇੰਟਰਸਟ ਰੇਟ ਦੀ, ਵਰਲਡ ਗਲੋਬਲ ਮਾਰਕੀਟਸ ਕਿਵੇਂ ਰਿਐਕਟ ਕਰ ਰਹੀਆਂ ਨੇ, ਇਹ ਕਾਫੀ ਚਰਚੇ ਨੇ। ਖਾਸ ਤੌਰ ਦੇ ਉੱਤੇ ਨਾਰਥ ਅਮਰੀਕਨ ਬਲਾਕ ਦੇ ਵਿੱਚ ਬੇਸ਼ੱਕ ਇਹ ਘੱਟ ਚਰਚਿਤ ਰਿਹਾ, ਬਾਕੀ ਦੇ ਸਾਰੇ ਸੰਸਾਰ ਦੇ ਵਿੱਚ ਕਿ ਅਮਰੀਕਨ ਡਾਲਰ ਨੂੰ ਕੀ ਚੁਣੌਤੀਆਂ ਪੇਸ਼ ਕਰ ਰਹੀਆਂ ਨੇ ਕੁਝ ਕੁ ਫੋਰਸਿਸ। ਇਸ ਦੇ ਬਾਰੇ ਵੀ ਅੱਜ ਗੱਲਬਾਤ ਹੋਏਗੀ। ਸਰ ਸੁਰਿੰਦਰਪਾਲ ਸਿੰਘ ਜੀ, ਜੀ ਆਇਆਂ ਨੂੰ, ਤੁਹਾਡਾ ਬਹੁਤ ਸਵਾਗਤ ਹੈ, ਵੈਲਕਮ। ਥੈਂਕ ਯੂ ਵੈਰੀ ਮਚ ਸਿੰਘ ਸਾਹਿਬ, ਆਪ ਜੀ ਨੂੰ ਵੀ ਔਰ ਸਾਰੇ ਹੀ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ, ਨਮਸਕਾਰ ਔਰ ਆਦਾਬ ਔਰ ਵਿਸਾਖੀ ਦੀਆਂ ਬਹੁਤ ਮੁਬਾਰਕਾਂ। ਸਾਰੀ ਸਭ ਤੋਂ ਪਹਿਲਾਂ ਤਾਂ ਇਹਦੇ ਬਾਰੇ ਸਾਨੂੰ ਦੱਸੋ ਕਿ ਕੱਲ੍ਹ ਇੰਟਰਸਟ ਰੇਟ ਨਹੀਂ ਵਧਿਆ ਔਰ ਬੈਂਕ ਆਫ ਕੈਨੇਡਾ ਨੇ ਉੱਥੇ ਹੀ ਸਥਿਰ ਰੱਖਿਆ 4.5% ਤੇ। ਇਹ ਕਿਸ ਚੀਜ਼ ਦਾ ਪ੍ਰਤੀਕ ਆ ਕਿ ਹੁਣ ਬਸ ਇੰਟਰਸਟ ਰੇਟ ਜ਼ੋਰ ਲੱਗਣਾ ਸੀ, ਲੱਗ ਗਿਆ, ਘਟਣਗੇ ਸਗੋਂ? ਘਟਣ ਦੇ ਚਾਂਸਸ ਹਲੇ ਘੱਟ ਲੱਗਦੇ ਨੇ, ਕਿਉਂਕਿ ਕੱਲ ਬੈਂਕ ਆਫ ਕੈਨੇਡਾ ਨੇ ਦੂਜੀ ਵਾਰੀ ਹੈ ਕਿ ਇੰਟਰਸਟ ਨਹੀਂ ਵਧਾਇਆ। ਤੁਹਾਨੂੰ ਪਤਾ ਹੈ ਕਿ ਜਨਵਰੀ 25 ਨੂੰ ਜਦੋਂ ਮੀਟਿੰਗ ਸੀ ਤਾਂ ਲਾਸਟ ਰੇਸ ਸੀਗਾ, ਮਾਰਚ ਮੀਟਿੰਗ 'ਚ ਵੀ ਨਹੀਂ ਵਧਾਇਆ ਔਰ ਹੁਣ ਇਹ ਜਿਹੜੀ ਲਾਸਟ ਮੀਟਿੰਗ ਕੱਲ ਸੀਗੀ ਉਹਦੇ 'ਚ ਵੀ ਨਹੀਂ ਵਧਾਇਆ। ਲੇਕਿਨ ਦੇ ਹੈਵ ਕੈਪਟ ਅ ਸੇਫ ਡੋਰ ਫॉर देमसेल्फ ਆਲਸੋ। ਉਹਨਾਂ ਦਾ ਇਹ ਕਹਿਣਾ ਸੀਗਾ ਵੀ ਜੇ ਲੋੜ ਪਈ ਤਾਂ ਵਧਾ ਸਕਦੇ ਆ, ਜਿਸ ਤਰ੍ਹਾਂ ਕਿ ਉਹ ਜਨਵਰੀ 'ਚ ਵੀ ਉਹਨਾਂ ਨੇ ਕਿਹਾ ਸੀਗਾ ਕਿ ਦੇ ਵਿਲ ਸਿਟ ਔਨ ਅ ਸਾਈਡ ਲਾਈਨ ਐਂਡ ਵਾਚ ਇਟ, ਕਿਉਂਕਿ ਐਵਰੀਥਿੰਗ ਇਜ਼ ਡਾਟਾ ਸੈਂਟਰਡ। ਔਰ ਜੋ ਡਾਟਾ ਆ ਰਿਹਾ ਆ, ਚਾਹੇ ਅਮਰੀਕਾ ਦਾ ਔਰ ਕੈਨੇਡਾ ਦਾ, ਇਹ ਦੱਸ ਰਿਹਾ ਜੀ ਕਿ ਇਨਫਲੇਸ਼ਨ ਥੱਲੇ ਵੱਲ ਨੂੰ ਹੈਗੀ ਆ ਔਰ ਵੀ ਆਰ ਮੂਵਿੰਗ ਇਨ ਅ ਰਾਈਟ ਡਾਇਰੈਕਸ਼ਨ। ਤੇ ਲੱਗਦਾ ਨਹੀਂ ਜੀ ਕਿ ਬੈਂਕ ਆਫ ਕੈਨੇਡਾ ਅੱਗੇ ਆਉਣ ਵਾਲੇ ਟਾਈਮ ਦੇ ਅੰਦਰ ਇੰਟਰਸਟ ਵਧਾਏਗਾ ਜੀ। ਬਾਕੀ ਜਿਹੜੀ ਆਪਾਂ ਗਲੋਬਲ ਮਾਰਕੀਟਸ ਦੀ ਗੱਲ ਕਰਦੇ ਹਾਂ, ਜਿਹੜੀ ਨਵੀਂ ਕਰੰਸੀ ਦੇ ਪੈਦਾ ਹੋਣ ਦੀ ਗੱਲ ਹੈ, ਨਵੀਂ ਕਰੰਸੀਜ਼ ਤੇ ਬ੍ਰਿਕਸ ਵਗੈਰਾ, ਇਹ ਕੀ ਚੀਜ਼ ਹੈ? ਇੱਥੇ ਨਾਰਥ ਅਮਰੀਕਾ ਦੇ ਵਿੱਚ ਖਬਰਾਂ ਨਹੀਂ ਆ ਰਹੀਆਂ, ਜਦ ਕਿ ਬਾਕੀ ਦੇ ਦੁਨੀਆ ਦੇ ਹਿੱਸੇ ਦੇ ਵਿੱਚ ਇਸ ਦੀ ਬਹੁਤ ਚਰਚਾ ਹੈ। ਬਿਲਕੁਲ ਸਹੀ ਸਰ। ਬ੍ਰਿਕਸ ਮੈਂ ਆਪਣੇ ਸਰੋਤਿਆਂ ਨੂੰ ਵੀ ਦੱਸ ਦਿਆਂ, ਬ੍ਰਾਜ਼ੀਲ, ਰਸ਼ੀਆ, ਇੰਡੀਆ, ਚਾਈਨਾ ਐਂਡ ਸਾਊਥ ਅਫਰੀਕਾ। ਇਹ ਐਸੋਸੀਏਸ਼ਨ ਪਹਿਲਾਂ 2002 ਚ ਬਣੀ ਸੀਗੀ, ਪਹਿਲਾਂ ਬ੍ਰਿਕ ਸੀਗਾ, ਤੇ ਸਾਊਥ ਅਫਰੀਕਾ 2010 ਚ ਇਹਨਾਂ ਚ ਐਡ ਹੋਇਆ ਔਰ ਇੱਕ ਦੋ ਕੰਟਰੀ ਹਲੇ ਚਰਚਾ ਹੈ ਹੋਰ ਐਡ ਹੋਣ ਜਾਣ ਦੀ। ਮਤਲਬ ਇਹ ਤਾਂ ਚਰਚਾ ਹੈਗੀ ਆ, ਉਹਨਾਂ ਚ ਖਾਸ ਉੱਤੇ ਟਰਕੀ ਐਂਡ ਸਾਊਦੀ ਅਰਬ ਹੈਗਾ। ਤੇ ਇਹ ਕੰਟਰੀ ਤੁਸੀਂ ਦੇਖੋ ਜਿੰਨੇ ਵੀ ਨੇ, ਇਹਨਾਂ ਦਾ ਇੱਕੋ ਹੀ ਕਾਮਨ ਐਨਮੀ ਹੈ, which is US। ਔਰ US ਡਾਲਰ ਦੀ ਡੋਮੀਨੈਂਸ ਜਿਹੜੀ ਹੈ ਉਹ ਸੈਕੰਡ ਵਰਲਡ ਵਾਰ ਤੋਂ ਬਿਲਕੁਲ ਭਰਪੂਰ ਰਹੀ ਹੈ। ਔਰ ਇਹ ਜਿਹੜੇ US ਦੇ ਐਨਮੀਜ਼ ਨੇ ਉਹ ਉਹਨਾਂ ਦੀ ਅੱਖਾਂ 'ਚ ਰੜਕਦਾ ਵੀ ਹੈਗਾ ਆ। ਦੂਜੀ ਗੱਲ ਇਹ ਹੈਗੀ ਆ ਕਿ ਜਦੋਂ ਤੋਂ ਯੂਕਰੇਨ ਵਾਰ ਹੋਈ ਹੈ
ਰਸ਼ੀਆ ਨੂੰ ਬਹੁਤ ਭਾਰੀ ਫਾਈਨੈਂਸ਼ੀਅਲ ਮਾਰ ਜਿਹੜੀ ਹੈ ਇਸ ਚੀਜ਼ ਦੀ ਪਈ ਹੈਗੀ ਆ। ਕਿਉਂਕਿ ਇੱਕ ਜਿਹੜਾ ਬੈਂਕਿੰਗ ਸਿਸਟਮ ਸੀਗਾ ਸਵਿਫਟ ਸਿਸਟਮ, ਉਹ ਰਸ਼ੀਆ ਦਾ ਬਲੌਕ ਕਰ ਦਿੱਤਾ ਗਿਆ। ਰਸ਼ੀਆ ਕੋਲ ਜਿਹੜੇ ਵੀ ਰਸ਼ੀਆ ਦੇ ਨੈਸ਼ਨਲ ਬੈਂਕ ਸੀਗੇ, ਉਹਨਾਂ ਕੋਲ ਜਿੰਨੀਆਂ ਵੀ ਐਸੈਟਸ ਸੀਗੀਆਂ ਉਹ ਉਹਨਾਂ ਦੀ ਫ੍ਰੀਜ਼ ਹੋ ਗਈਆਂ, ਕਿਉਂਕਿ ਸਵਿਫਟ ਸਿਸਟਮ ਨੂੰ ਅਮਰੀਕਾ ਕੰਟਰੋਲ ਕਰਦਾ ਹੈ। ਤੇ ਇਹ ਰਸ਼ੀਆ ਦਾ ਹੀ ਸੁਝਾਅ ਹੈਗਾ ਕਿ ਇਹ ਇੱਕ ਕਾਮਨ ਕਰੰਸੀ ਲੈ ਕੇ ਆਈ ਜਾਵੇ ਬ੍ਰਿਕਸ ਦੀ ਆਪਣੀ, ਤਾਂ ਕਿ ਇਹ ਕੰਟਰੀ ਜਿਹੜੇ ਨੇ ਆਪਸ ਮਿਲ ਕੇ ਆਪਣਾ ਜਿਹੜਾ ਬਿਜ਼ਨਸ ਹੈ ਉਸ ਕਰੰਸੀ ਚ ਕਰਨ। ਇੱਕ ਮੈਂ ਤੇ ਕਹਾਂਗਾ थिंड साहब की गालिब का शेर है कि ख्याल अच्छा, दिल बहलाने के लिए ख्याल अच्छा है, हालांकि आइडिया अच्छा है, लेकिन ये प्रैक्टिकल लगता नहीं। क्यों नहीं लगता? क्योंकि तुसी देखो इस तो पहला भी कोशिशां हुई हैं, जड़ियां कोशिशां हुई हैं ਉਹਦੇ ਅੰਦਰ ਤੁਸੀਂ ਦੇਖੋ ਯੂਰੋਪੀਅਨ ਯੂਨੀਅਨ ਸੀ ਖਾਸ ਤੌਰ ਤੇ। ਯੂਰਪ ਨੇ ਅੱਜ ਤੋਂ 20-22 ਸਾਲ ਪਹਿਲਾਂ ਆਪਣੀ ਕਰੰਸੀ ਬਣਾਈ, ਪਹਿਲਾਂ ਯੂਨੀਅਨ ਬਣਾਈ 30-32 ਕੰਟਰੀਜ਼ ਨੇ ਮਿਲ ਕੇ। ਉਹਨਾਂ ਕੰਟਰੀਜ਼ ਦੇ ਅੰਦਰ ਆਪਸ ਦੇ ਅੰਦਰ ਕੋਈ ਇੰਨਾ ਜ਼ਿਆਦਾ ਟਕਰਾਵ ਨਹੀਂ ਸੀਗਾ। ਲੇਕਿਨ ਤੁਹਾਨੂੰ ਯਾਦ ਹੋਏਗਾ ਜਦੋਂ ਯੂਰੋਪੀਅਨ ਯੂਨੀਅਨ ਤਾਂ ਅਮਰੀਕਾ ਨੇ ਪ੍ਰੈਸ਼ਰ ਪਾ ਕੇ ਜਾਂ ਕਹਿ ਲਓ ਸੁਝਾਅ ਦੇ ਕੇ ਇੰਗਲੈਂਡ ਨੂੰ ਇੱਕ ਪਾਸੇ ਰੱਖਿਆ। ਇੰਗਲੈਂਡ ਨੇ ਕਿਹਾ ਜੀ ਅਸੀਂ ਆਪਣੀ ਕਰੰਸੀ ਅਲੱਗ ਰੱਖਾਂਗੇ, ਔਰ ਤੁਸੀਂ ਤੁਹਾਡੇ ਸਾਹਮਣੇ ਹੀ ਹੈ ਕਿ ਇੰਗਲੈਂਡ ਹੁਣ ਯੂਰੋਪੀਅਨ ਤੋਂ ਬਾਹਰ ਹੋ। ਤੇ ਇਹ ਚੀਜ਼ ਮੈਨੂੰ ਨਹੀਂ ਲੱਗਦਾ ਕਿ ਇਹ ਅਮਰੀਕਾ ਚੁੱਪ ਕਰਕੇ ਬੈਠੇਗਾ। ਦੂਜੀ ਗੱਲ ਕਿ ਤੁਸੀਂ ਇਹ ਬ੍ਰਾਜ਼ੀਲ, ਰਸ਼ੀਆ, ਇੰਡੀਆ, ਚਾਈਨਾ ਦੇ ਅੰਦਰ ਆਪਸ ਦੇ ਅੰਦਰ ਹੀ ਇੰਨੇ ਜ਼ਿਆਦਾ ਟਕਰਾਰ ਹੈ। ਈਵਨ ਚਾਈਨਾ ਇੰਡੀਆ ਦੇ ਤੁਸੀਂ ਦੇਖ ਲਓ, ਇਹ ਪਿਛਲੇ ਹਫਤੇ ਦੀ ਨਿਊਜ਼ ਸੀਗੀ ਕਿ ਇੰਡੀਆ ਨੇ 11 ਸਿਟੀਜ਼ ਦੇ ਅਰੁਣਾਚਲ ਦੇ ਅੰਦਰ ਕੋਈ ਨਾਮ ਚੇਂਜ ਕੀਤੇ, ਉਹਦੇ ਪਿੱਛੇ ਬੜੀ ਵੱਡੀ ਤਕਰਾਰ ਸੀ। ਔਰ ਚਾਈਨਾ ਕਈ ਹਜ਼ਾਰ ਕਿਲੋਮੀਟਰ ਇੰਡੀਆ ਦੇ ਬਾਰਡਰ ਦੇ ਅੰਦਰ, ਕਿੱਥੇ ਇੰਡੀਆ ਜਿਹੜਾ ਹੈ ਉਹ ਅਮਰੀਕਾ ਨਾਲ ਮਿਲ ਕੇ ਕੁਆਡ ਬਣਾ ਰਿਹਾ ਹੈ ਤਾਂ ਕਿ ਚਾਈਨਾ ਨੂੰ ਜਿਹੜਾ ਹੈ ਇਹ ਨਜ਼ਰ ਸਕੇ। ਔਰ ਦੂਸਰੇ ਪਾਸੇ ਰਸ਼ੀਆ ਔਰ ਚਾਈਨਾ ਦੀ ਵੀ ਆਪਸ ਵਿੱਚ ਪ੍ਰੋਬਲਮ ਹੈਗੀ ਆ। ਰਸ਼ੀਆ ਕਦੀ ਨਹੀਂ ਚਾਹੇਗਾ ਕਿ ਚਾਈਨਾ ਜਿਹੜਾ ਹੈ ਇੱਕ ਸੁਪਰ ਪਾਵਰ ਬਣ ਕੇ ਆਵੇ। ਔਰ ਰਸ਼ੀਆ ਇੰਡੀਆ ਦੇ ਵੀ ਰਿਲੇਸ਼ਨ ਇਹੋ ਜਿਹੇ ਨੇ ਕਿ ਜਿਸ ਤੁਸੀਂ ਦੇਖਿਆ ਕਿ ਪਿਛਲੇ 1 ਸਾਲ ਤੋਂ ਭਾਵੇਂ ਇੰਡੀਆ ਜਿਹੜਾ ਹੈ ਰਸ਼ੀਆ ਤੋਂ ਆਇਲ ਲੈ ਰਿਹਾ ਹੈ, ਲੇਕਿਨ ਫੈਬਰਵਰੀ ਚ ਰਸ਼ੀਆ ਨੇ ਕਹਿਤਾ ਸੀ ਕਿ ਸਾਡੇ ਕੋਲ ਰੁਪਏ ਬਹੁਤ ਹੋ ਗਏ ਨੇ, ਅਸੀਂ ਰੁਪਏ ਹੋਰ ਨਹੀਂ ਲੈਣੇ, ਸਾਡੇ ਕੋਲ ਥਾਂ ਨਹੀਂ ਰੱਖਣ ਦੀ। ਹੁਣ ਇਹਨਾਂ ਦੀ ਮੀਟਿੰਗ ਚੱਲ ਰਹੀ ਹੈ ਵੀ ਕਿਸ ਕਰੰਸੀ ਚ ਕਿਸ ਤਰ੍ਹਾਂ ਉਹਨੂੰ ਪੇਮੈਂਟ ਕੀਤੀ ਜਾਵੇ। ਤੀਜੀ ਗੱਲ ਇਹ ਹੈਗੀ ਆ ਵੀ ਇਹ ਜਿਹੜੀ ਕੰਟਰੀ ਨੇ ਇਹ ਜੇ ਸੁਝਾਅ ਦਿੰਦੇ ਨੇ ਕਿ ਅਸੀਂ 골ਡ ਦੇ ਨਾਲ ਨੂੰ ਪੈਕ ਕਰਾਂਗੇ ਆਪਣੀ ਕਰੰਸੀ ਨੂੰ, ਤੇ 골ਡ ਦੀ ਨਾਲ ਜੋ ਕਿ ਇਹ ਮੰਨਿਆ ਜਾਂਦਾ ਕਿ ਸ਼ਾਇਦ 골ਡ ਦੇ ਨਾਲ ਆਪਣੀ ਕਰੰਸੀ ਨੂੰ ਪੈਕ ਕਰਨਗੇ। ਜੇ 골ਡ ਦੇ ਨਾਲ ਪੈਕ ਕਰਦੇ ਨੇ, ਸਿੰਘ ਸਾਹਿਬ ਇਸ ਟਾਈਮ ਦੁਨੀਆ ਦੇ ਅੰਦਰ ਸਭ ਤੋਂ ਵੱਧ 골ਡ ਦੀ ਰਿਜ਼ਰਵ ਹੈ ਉਹ ਯੂਐਸ ਕੋਲ ਹੈ। ਕਰੀਬ 8200 ਟਨ 골ਡ ਜਿਹੜਾ 8200 ਟਨ ਜਿਹੜਾ 골ਡ ਹੈ ਉਹ ਯੂਐਸ ਕੋਲ ਹੈਗਾ। ਜੇ ਇਹਨਾਂ ਕੰਟਰੀਆਂ ਦਾ ਤੁਸੀਂ ਨੰਬਰ ਦੇਖੋ, ਨੰਬਰ 2 ਤੇ ਜਰਮਨੀ ਆਉਂਦਾ ਹੈ, ਜਰਮਨੀ ਕੋਲ $3300 ਹੈਗਾ ਆ, 3300 ਟਨ ਹੈਗਾ ਆ। ਫਿਰ 5ਵੇਂ ਨੰਬਰ ਤੇ ਜਿਹੜਾ ਹੈ ਰਸ਼ੀਆ ਆਉਂਦਾ ਜਿਹਦੇ ਕੋਲ 2300 ਟਨ ਹੈਗਾ। 6ਵੇਂ ਨੰਬਰ ਤੇ ਫਿਰ ਚਾਈਨਾ ਆਉਂਦਾ ਜਿਹਦੇ ਕੋਲ 2000 ਟਨ। 9ਵੇਂ ਨੰਬਰ ਤੇ ਜਿਹੜਾ ਹੈ ਉਹ ਇੰਡੀਆ ਆਉਂਦਾ ਜਿਹਦੇ ਕੋਲ ਕਿ 785 ਟਨ ਹੈਗਾ। ਬ੍ਰਾਜ਼ੀਲ ਕੋਲ ਸਿਰਫ 130 ਟਨ ਹੈ ਔਰ ਸਾਊਥ ਅਫਰੀਕਾ ਕੋਲ 125 ਟਨ ਹੈਗਾ ਆ। ਤੇ ਕਹਿਣ ਦਾ ਭਾਵ ਇਹ ਹੈ ਵੀ ਇਹ ਮਤਲਬ ਠੀਕ ਹੈ, ਸੁਝਾਅ ਇਹਨਾਂ ਚੰਗਾ ਹੈ, ਪਰ ਇਹ ਜ਼ਰੂਰ ਹੈਗਾ ਕਿ ਬੇਸ਼ੱਕ ਇਹ ਆਈਡੀਆ ਕੰਮ ਕਰੇ ਨਾ ਕਰੇ, ਅਮਰੀਕਾ ਜਿਹੜਾ ਹੈ ਆਪਣੀ ਡੋਮੀਨੈਂਸ ਜਿਹੜੀ ਹੈ ਪੋਲਿਟਿਕਸ ਦੇ ਅੰਦਰ ਆਪਣਾ ਜੋ ਵਰਚਸਵ ਹੈ ਉਹ ਖੋ ਰਿਹਾ ਹੈਗਾ। ਇਸ ਚੀਜ਼ ਦੀ ਬਹੁਤ ਜ਼ਿਆਦਾ ਜ਼ਰੂਰਤ ਹੈਗੀ ਹੈ ਕਿ ਅਮਰੀਕਨ ਡਾਲਰ ਨੂੰ ਜਿਸ ਤਰ੍ਹਾਂ ਜੋ ਪ੍ਰੋਸੈਸ ਨੂੰ ਕਹਿੰਦੇ ਡੀ-ਡਾਲਰਾਈਜ਼ੇਸ਼ਨ, ਬਈ ਡੀ-ਡਾਲਰਾਈਜ਼ੇਸ਼ਨ ਕੀਤੀ ਜਾਵੇ ਕਿਸੇ ਤਰੀਕੇ ਨਾਲ। ਕਿਉਂਕਿ ਜੇ ਤੁਸੀਂ ਦੇਖਦੇ ਹੈ ਕਿ ਅਮਰੀਕਾ ਜਿੰਨਾ ਵੀ ਬਿਜ਼ਨਸ ਕਰਦਾ, ਨਾਟ ਅਮਰੀਕਾ ਬਲਕਿ ਅਮਰੀਕਨ ਜਿਹੜੇ ਡਾਲਰਸ ਨੇ ਉਹ ਵਿਦਿਨ ਅਮਰੀਕਾ ਇਜ਼ ਲੈਸ ਦੈਨ 20% ਜਿਹੜੇ ਨੇ ਉਹ ਸਰਕੂਲੇਸ਼ਨ ਚ ਨੇ। ਮੋਰ ਦੈਨ 80% ਜਿਹੜੇ ਨੇ ਉਹ ਬਾਕੀ ਬੈਂਕਾਂ ਨੇ, ਚਾਹੇ ਉਹ ਇੰਡੀਆ ਹੋਵੇ ਚਾਹੇ ਚਾਈਨਾ ਹੋਵੇ, ਉਹਨਾਂ ਨੇ ਰਿਜ਼ਰਵ ਲਈ ਰੱਖੇ ਨੇ। ਜੇ ਤੁਸੀਂ ਅਮਰੀਕਨ ਡਾਲਰ ਦੀ ਗੱਲ ਕਰਦੇ ਆ ਤੇ ਚਾਈਨਾ ਕੋਲ ਸਭ ਤੋਂ ਵੱਧ ਅਮਰੀਕਨ ਡਾਲਰ 1.4 ਟ੍ਰਿਲੀਅਨ ਡਾਲਰ। ਚਾਈਨਾ ਵੀ ਕਦੀ ਨਹੀਂ ਚਾਹੇਗਾ ਕਿ ਅਮਰੀਕਨ ਡਾਲਰ ਆਪਣੀ ਡੋਮੀਨੈਂਸ ਲੂਜ਼ ਕਰੇ। ਸੋ ਚਾਈਨਾ ਇਜ਼ ਪਲੇਇੰਗ ਵੈਰੀ ਸਮਾਰਟ। ਉਹ ਦੋਨੋਂ ਹੱਥਾਂ 'ਚ ਆਪਣਾ ਲੱਡੂ ਰੱਖਣਾ ਚਾਹੁੰਦਾ ਆ, ਬਈ ਇਧਰੋਂ ਅਮਰੀਕਨ ਡਾਲਰ ਵੀ ਆਪਣੇ ਕੋਲ ਰੱਖਣਾ ਚਾਹੁੰਦਾ, ਦੂਸਰੇ ਪਾਸੇ ਅਮਰੀਕਾ ਨੂੰ ਚੈਲੰਜ ਵੀ ਕਰਨਾ ਚਾਹੁੰਦਾ ਆ, ਤੀਜੇ ਪਾਸੇ ਉਹ ਜਿਹੜੀ ਕਰੰਸੀ ਬਣਾਉਣਾ ਚਾਹੁੰਦੇ ਨੇ ਉਹਦੇ 'ਚ ਵੀ ਆਪਣਾ ਡੋਮੀਨੈਂਸ ਰੱਖਣਾ ਚਾਹੁੰਦਾ ਹੈ। ਅੱਛਾ ਸਰ ਸੁਰਿੰਦਰਪਾਲ ਸਿੰਘ ਜੀ, ਤੁਸੀਂ ਹੁਣ ਇੰਡੀਆ ਦੇ ਟ੍ਰਿਪ ਤੇ ਜਾ ਕੇ ਆਏ ਹੋ, ਤੁਹਾਡੇ ਨਜ਼ਰੀਏ ਤੋਂ ਕਿਵੇਂ ਉੱਥੋਂ ਦੀ ਆਰਥਿਕਤਾ ਕਿਵੇਂ ਆ? ਕਿਉਂਕਿ ਉੱਥੋਂ ਜਿਹੜੇ ਲੋਕ ਨਿਕਲ ਰਹੇ ਨੇ, ਕੈਨੇਡਾ ਆ ਰਹੇ ਨੇ, ਯੂਨਾਈਟਿਡ ਸਟੇਟਸ 'ਚ ਆ ਰਹੇ ਨੇ ਜਾਂ ਬਾਹਰਲੇ ਮੁਲਕਾਂ 'ਚ ਆ ਰਹੇ ਨੇ, ਕਰੋੜਾਂ ਰੁਪਈਆ ਉੱਥੋਂ ਲੈ ਕੇ, ਅਰਬਾਂ ਰੁਪਈਆ ਲੈ ਕੇ ਉੱਥੋਂ
ਉਹ ਜਿਹੜਾ ਕਿਸੇ ਨਾ ਕਿਸੇ ਤਰੀਕੇ ਨਾਲ ਕਰੰਸੀ ਆਪਣੀ ਕੱਢ ਰਹੇ ਨੇ ਔਰ ਬਾਹਰਲੇ ਮੁਲਕਾਂ 'ਚ ਆ ਕੇ ਸੈਟਲ ਹੋ ਰਹੇ ਨੇ, ਇੱਥੇ ਉਹ ਇਨਵੈਸਟ ਕਰ ਰਹੇ ਨੇ ਪ੍ਰਾਪਰਟੀਜ਼ ਵਗੈਰਾ ਦੇ ਵਿੱਚ। ਇੰਡੀਆ ਦੀ ਇਕੋਨਮੀ ਨੂੰ ਕਿਵੇਂ ਇੰਪੈਕਟ ਕਰੇਗਾ? ਭਾਰਤ ਦੀ ਸਰਕਾਰ ਬੜੀ ਐਕਟਿਵ ਸਰਕਾਰ ਹੈ, ਹਰ ਇੱਕ ਚੀਜ਼ 'ਤੇ ਨਜ਼ਰ ਰੱਖਦੇ ਨੇ। ਉਹਨਾਂ ਨੂੰ ਪਤਾ ਨਹੀਂ ਇਸ ਗੱਲ ਦਾ ਕਿ ਸਾਡੀ ਜਿਹੜੀ ਕਰੰਸੀ ਆ ਉਹ ਮਣਾ ਮੂੰਹੀਂ ਬਾਹਰ ਨਿਕਲ ਰਹੀ ਹੈ। ਬਿਲਕੁਲ ਠੀਕ ਹੈ ਸਰ, ਤੁਸੀਂ ਹੁਣ ਇੱਕ ਵਰਡ ਯੂਜ਼ ਕੀਤਾ, ਬੜੇ ਐਕਟਿਵ ਨੇ ਔਰ ਹਰ ਚੀਜ਼ ਤੇ ਨਜ਼ਰ ਰੱਖਦੇ ਨੇ। ਨਜ਼ਰ ਸਿਰਫ ਮੀਡੀਆ ਮੈਨੇਜਮੈਂਟ ਤੇ ਹੀ ਰੱਖਦੇ ਨੇ। ਉਹ ਜੇ ਤੁਸੀਂ ਕਹੋ ਵੀ ਇਕਨੋਮਿਕਸ ਤੇ ਜਿਹੜੀ ਗੱਲ ਹੈਗੀ ਆ, ਹੁਣ ਇਸ ਸਾਲ IMF ਨੇ ਪ੍ਰੋਜੈਕਟ ਕੀਤਾ ਵੀ ਇੰਡੀਆ ਜਿਹੜਾ ਹੈ ਫਾਸਟੈਸਟ ਗਰੋਇੰਗ ਇਕਨੋਮੀ ਹੋਏਗਾ। 5.5 ਤੋਂ 6% ਜਿਹੜੀ ਇੰਡੀਆ ਦੀ ਗਰੋਥ ਮੰਨੀ ਜਾਂਦੀ ਹੈ। ਪਰ ਇੰਡੀਆ ਤੋਂ ਸਹੀ ਖਬਰ ਲੈਣੀ ਬੜੀ ਔਖੀ ਹੈਗੀ ਹੈ ਜੀ ਇਸ ਟਾਈਮ। ਔਰ ਜੇ ਤੁਸੀਂ ਗੱਲ ਕਹੋ, ਮੈਂ ਫਸਟ ਹੈਂਡ ਇਨਫੋਰਮੇਸ਼ਨ ਮੈਂ ਹੁਣ ਹੋ ਕੇ ਆਇਆ, ਮੇਰੀ ਫੇਰੀ ਪੰਜਾਬ ਦੀ ਸੀਗੀ, ਤੇ ਪੰਜਾਬ 'ਚ ਤਾਂ ਜੀ ਦੇਖੋ ਇੱਕ ਐਗਰੋ ਬੇਸਡ ਇਕਨੋਮੀ ਹੈ। ਉੱਥੇ ਨਾ ਤਾਂ ਮੈਨੂਫੈਕਚਰਿੰਗ ਹੈ, ਨਾ ਐਕਸਪੋਰਟ ਹੈ, ਨਾ ਕੋਈ ਸਰਵਿਸਿੰਗ ਸੈਕਟਰ ਹੈ। ਤੇ ਐਗਰੀਕਲਚਰ ਦਾ ਤੇ ਜਿਹੜਾ ਤੁਸੀਂ ਕਹਿ ਸਕਦੇ ਆ ਕੋਈ ਇੰਨਾ ਇਕਨੋਮਿਕ ਇੰਪੈਕਟ ਨਹੀਂ ਹੁੰਦਾ ਜੇ ਰਿਸੈਸ਼ਨ ਹੁੰਦਾ ਆ, ਨਾ ਮੰਦੀ ਦਾ ਤੇ ਨਾ ਫਾਇਦੇ ਦਾ ਹੁੰਦਾ ਆ। ਲੇਕਿਨ ਉੱਥੇ ਲੋਕਾਂ ਦੇ ਅੰਦਰ ਇਹ ਜ਼ਰੂਰ ਹੈ ਕਿ ਇਹ ਜਿਹੜੇ ਬਿਜ਼ਨਸਮੈਨ ਖਾਸ ਤੌਰ ਤੇ ਜਿਹੜੇ ਲੋਅਰ ਤਬਕੇ ਤੋਂ ਲੈ ਕੇ ਮਿਡਲ ਤਬਕੇ ਤੱਕ, ਉਹ ਜ਼ਰੂਰ ਬਹੁਤ ਜ਼ਿਆਦਾ ਮਹਿਸੂਸ ਕਰ ਰਹੇ ਨੇ। ਔਰ ਇਹ ਲਾਸਟ ਕੁਆਟਰ ਦੇ ਅੰਦਰ ਇੱਕ ਰਿਪੋਰਟ ਆਈ ਸੀ, ਹਾਈ ਨੈਟਵਰਥ ਇੰਡੀਵਿਜੂਅਲਸ ਜਿਹੜੇ ਨੇ ਸਭ ਤੋਂ ਵੱਧ ਇੰਡੀਆ ਔਰ ਚਾਈਨਾ ਤੋਂ ਆਪਣਾ ਕੰਟਰੀ ਛੱਡ ਰਹੇ ਨੇ। ਔਰ ਇਹ ਚਿੰਤਾ ਦਾ ਵਿਸ਼ਾ ਇਹ ਸਰਕਾਰ, ਮੋਦੀ ਸਰਕਾਰ ਲਈ ਵੀ ਹੈਗਾ ਆ। ਇਸੇ ਕਰਕੇ ਇਸ ਬਜਟ ਦੇ ਅੰਦਰ ਉਹਨੇ 20% ਟੈਕਸ ਲੈ ਕੇ ਆਉਂਦਾ ਆ, ਕਿਉਂਕਿ ਫੋਰਨ ਰਿਜ਼ਰਵ ਜਿਹੜੇ ਨੇ ਉਹ ਵੀ ਘਟ ਰਹੇ ਨੇ। ਲੇਕਿਨ ਐਟ ਦ ਸੇਮ ਟਾਈਮ ਹੁਣ ਕੋਵਿਡ ਤੋਂ ਬਾਅਦ, ਹਲੇ ਭਾਵੇਂ ਪਿਛਲੇ 2 ਹਫ਼ਤੇ ਤੋਂ ਕੋਵਿਡ ਦੀਆਂ ਮਾੜੀਆਂ ਖਬਰਾਂ ਆ ਰਹੀਆਂ ਇੰਡੀਆ ਤੋਂ, ਲੇਕਿਨ ਇੰਡੀਅਨ ਇਕਨੋਮੀ ਇਜ਼ ਗੋਇੰ ਟੂ ਰੀਬਾਊਂਡ। ਤੇ ਇੰਡੀਆ ਐਕਸਪੈਕਟ ਕਰਦਾ ਆ ਕਿ ਇਹ ਜਿਹੜੀ ਇੰਟਰਨਲ ਕੰਜ਼ੰਪਸ਼ਨ ਹੈਗੀ ਆ, ਇਹ ਮਜਬੂਰ ਕਰ ਦੇਗੀ ਖਾਸ ਤੌਰ ਤੇ ਵੱਡੀਆਂ ਤਾਕਤਾਂ ਨੂੰ ਕਿ ਇੰਡੀਆ ਦੇ ਨਾਲ ਉਹ ਬਾਰਗੇਨ ਕਰਨ। ਸਰ ਅੱਛਾ, ਅਖੀਰ ਦੇ ਵਿੱਚ ਇਹ ਜ਼ਰੂਰ ਦੱਸਣਾ ਕਿ ਕੈਨੇਡਾ ਵਰਗੇ ਮੁਲਕਾਂ ਦੇ ਵਿੱਚ ਵੀ ਹੁਣ ਸੁਣ ਰਹੇ ਹਾਂ ਅਸੀਂ ਕਿ ਕੈਸ਼ ਖਤਮ ਹੋ ਜਾਣਾ ਔਰ ਜਿਹੜੀ ਡਿਜੀਟਲ ਕਰੰਸੀ ਆ ਜਾਂ ਕਾਰਡਸ ਦੇ ਉੱਤੇ ਟ੍ਰਾਂਜੈਕਸ਼ਨ ਸਾਰੀਆਂ ਹੋਣੀਆਂ ਨੇ। ਕਿਸੇ ਕੋਲੇ ਬੈਂਕਾਂ ਤਾਂ ਹੁਣ, ਕਈ ਬੈਂਕਾਂ ਤਾਂ ਹੁਣ ਵੀ ਨੱਕ-ਬੁੱਲ ਮਾਰਦੀਆਂ, ਕੈਸ਼ ਨਹੀਂ ਲੈਣਾ ਚਾਹੁੰਦੇ, ਕਈ ਬਿਜ਼ਨੈਸਿਸ ਕੈਸ਼ ਨਹੀਂ ਲੈਣਾ ਚਾਹੁੰਦੇ। ਲਾਰਜ ਸਮਸ ਨੂੰ ਬੈਂਕਸ ਜਿਹੜੀਆਂ ਨੇ ਉਹ ਡਿਸਕਰੇਜ ਕਰਦੀਆਂ ਨੇ। ਸੋ ਜੇ ਕੈਸ਼ ਖਤਮ ਹੋ ਗਿਆ, ਕੰਮ ਤੇ ਬਹੁਤ ਸੌਖਾ ਹੋ ਜਾਏਗਾ। ਹਰ ਨਿੱਕੀ ਨਿੱਕੀ ਟ੍ਰਾਂਜੈਕਸ਼ਨ, ਚਾਹ ਦੇ ਕੱਪ ਤੋਂ ਲੈ ਕੇ ਵੱਡੀਆਂ ਟ੍ਰਾਂਜੈਕਸ਼ਨਸ ਜਿਹੜੀਆਂ ਨੇ ਉਹ ਕ੍ਰੈਡਿਟ ਕਾਰਡ ਤੇ ਹੋਣ ਲੱਗ ਪੈਣਗੀਆਂ, ਰੈਕਟ ਦੇ ਵਿੱਚ ਹੋਣਗੀਆਂ। ਇਹ ਜਿਹੜੀ ਕਰੰਸੀ ਦਾ ਖਤਮ ਹੋ ਜਾਣਾ ਤੇ ਡਿਜੀਟਲ ਕਰੰਸੀ ਦਾ ਆ ਜਾਣਾ ਸਾਡੀ ਇਕਨੋਮੀ ਨੂੰ ਭਵਿੱਖ ਦੇ ਵਿੱਚ ਕਿਵੇਂ ਇੰਪੈਕਟ ਕਰੇਗਾ? ਬਿਲਕੁਲ ਸਹੀ ਕਹਿ ਰਹੇ हैं ਸਰ। ਦੇਖੋ, ਡਿਜੀਟਲ ਕਰੰਸੀ ਡੈਫੀਨਿਟਲੀ ਇਜ਼ ਦ ਨੀਡ ਆਫ ਦੀ ਆਵਰ, ਬਟ ਜੇ ਤੁਸੀਂ ਕਹੋ ਵੀ US ਡਾਲਰ ਨੂੰ ਇਹ ਰਿਪਲੇਸ ਕਰੇਗੀ, ਫॉरगेट ਇਟ। ਕਿਉਂਕਿ ਕਈ ਜਿਹੜੇ ਕਹਿ ਲਓ ਕ੍ਰਿਪਟੋ ਕਰੰਸੀ ਬਲੌਕਚੇਨ ਨੂੰ ਮੰਨਦੇ ਹੈ, ਉਹ ਇਸ ਨਜ਼ਰੀਏ ਤੇ ਕੰਮ ਕਰ ਰਹੇ ਹੈ ਵੀ ਸ਼ਾਇਦ ਵੀ ਦੁਨੀਆ ਦੇ ਅੰਦਰ ਜਿਹੜਾ US ਡਾਲਰ ਇਜ਼, ਔਰ ਇਹ ਜਿਹੜਾ ਹੈ ਕ੍ਰਿਪਟੋ ਕਰੰਸੀ ਜਿਹੜੀ ਹੈ ਇਹ ਆਪਣਾ ਵਰਚਸਵ ਹੋਏਗਾ ਜਾਂ ਕਿਸੇ ਹੋਰ ਕੰਟਰੀ ਦੀ, ਜਿਵੇਂ ਬ੍ਰਿਕਸ ਦੀ ਗੱਲ ਕੀਤੀ, ਇਸ ਤਰ੍ਹਾਂ ਵਰਚਸਵ ਹੋਏਗਾ। ਇਸ ਤਰ੍ਹਾਂ ਲੱਗਦਾ ਨਹੀਂ ਹੈ। ਭਾਵੇਂ ਅਮਰੀਕਾ ਦੇ ਅੰਦਰ ਜਿਹੜਾ ਤੁਸੀਂ ਕਹਿ ਸਕਦੇ ਆ ਪ੍ਰੋਬਲਮਸ ਹੈਗੀਆਂ, ਅਮਰੀਕਾ ਦੀ ਆਪਣੀਆਂ ਪ੍ਰੋਬਲਮਸ ਨਹੀਂ, ਲੇਕਿਨ ਜੇ ਤੁਸੀਂ ਕਹੋ ਵੀ ਇਹਦਾ ਸੋਲੂਸ਼ਨ ਇਹ ਹੈਗਾ ਵੀ ਇੱਕ ਅਲਟਰਨੇਟਿਵ ਕਰੰਸੀ ਆ ਜਾਏਗੀ, ਉਹ ਨਹੀਂ ਲੱਗਦਾ। ਇਹ ਜ਼ਰੂਰ ਹੈ ਕਿ every country will have their own digital currency, but will be tied up, it will be backed by their central government। ਇਸ ਤਰ੍ਹਾਂ ਨਹੀਂ ਹੈਗਾ ਵੀ ਹਵਾ ਦੇ ਅੰਦਰ ਇੱਕ ਮਤਲਬ ਕੁਛ ਇੱਕ ਇਕੁਏਸ਼ਨ ਬਣਾ ਕੇ ਕਰੰਸੀ ਛੱਡ ਦਿੱਤੀ ਜਾਵੇ, ਜਾਂ ਤੁਸੀਂ ਇਹ ਜਿਹੜੇ ਬ੍ਰਿਕਸ ਦੀ ਗੱਲ ਕੀਤੀ ਵੀ ਆਪਣੀ ਕਰੰਸੀ ਬਣਾ ਕੇ ਇਹਦਾ ਮਤਲਬ ਤੋੜ ਕੱਢਿਆ ਜਾਵੇ। ਇਸ ਤਰ੍ਹਾਂ ਲੱਗਦਾ ਨਹੀਂ ਸਰ। ਸੋ ਜਿਹੜੇ ਵੀ ਇਨਵੈਸਟਰਸ ਨੇ ਜਾਂ ਜਿਹੜੇ ਰੁਪਈਏ ਪੈਸੇ ਵਾਲੇ ਲੋਕ ਨੇ, ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ ਕਿ ਬਾਵਜੂਦ ਇਹ ਸਾਰੀਆਂ ਗੱਲਾਂ ਬਾਤਾਂ ਦੇ ਕਿ ਆਰਥਿਕਤਾ ਕਿੱਧਰ ਨੂੰ ਜਾ ਰਹੀ ਹੈ, ਨਵੀਂ ਕਰੰਸੀ ਆ ਜਾਏਗੀ, ਕਰੰਸੀ ਖਤਮ ਹੋ ਜਾਣੀ ਹੈ, ਹਾਲੇ ਵੀ ਸੋਨੇ ਦੀ ਸਰਦਾਰੀ ਹੈ ਆਰਥਿਕ ਮੰਡੀਆਂ 'ਚ? ਐਬਸੋਲੂਟਲੀ ਸਰ। ਸੋਨਾ ਅੱਜ ਦੇਖੋ ਕਰੀਬ $25-30 ਪਰ ਔਂਸ ਵਧਿਆ, $2050 ਪਰ ਔਂਸ ਹੈਗਾ। ਹਿਸਟੋਰਿਕ ਲੈਵਲ $2075 ਪਰ ਔਂਸ ਹੈਗਾ। ਔਰ ਇੱਕ ਹੋਰ ਪਿਛਲੇ 6 ਮਹੀਨਿਆਂ ਤੋਂ ਮੈਂ ਦੇਖਿਆ ਜੀ, ਸੈਂਟਰਲ ਬੈਂਕ ਜਿਹੜੇ ਨੇ ਉਹ ਗੋਲਡ ਬਾਏ। ਸੋ ਇਹ ਡੈਫੀਨਿਟਲੀ ਸਮਥਿੰਗ ਇਜ਼ ਗੋਇੰਗ ਔਨ। ਹੁਣ ਇਹ ਕੀ ਚੀਜ਼ ਉੱਭਰ ਕੇ ਆਉਂਦੀ ਹੈ, ਇਹ ਆਉਣ ਵਾਲਾ ਟਾਈਮ ਦੱਸੇਗਾ। ਲੇਕਿਨ ਇਹ ਜ਼ਰੂਰ ਹੈਗਾ ਕਿ ਸੋਨਾ ਜਿਹੜਾ ਹੈ ਇਹ ਵੱਧਦਾ ਰਹਿਣਾ ਹੈ, ਜੋ ਹਾਲਾਤ ਚੱਲ ਰਹੇ ਨੇ ਇਸ ਟਾਈਮ। ਔਰ ਅਮਰੀਕਾ ਵੀ ਚਾਹੁੰਦਾ ਹੈ ਕਿ ਉਹਨਾਂ ਦਾ ਡਾਲਰ ਵੀਕ ਹੋਵੇ,
ਕਿਉਂਕਿ ਅਮਰੀਕਨ ਡਾਲਰ ਸਟਰੋਂਗ ਹੋਣ ਨਾਲ ਅਮਰੀਕਨ ਇਕਨੋਮੀ ਤੇ ਬਹੁਤ ਮਾੜਾ ਅਸਰ ਪੈਂਦਾ ਹੈ। ਅੱਜ ਤੁਸੀਂ ਦੇਖੋ ਅਮਰੀਕਨ ਡਾਲਰ ਇਜ਼ ਲੂਜ਼ਿੰਗ ਸਟਰੈਂਥ ਅਗੇਂਸਟ ਮੈਜੋਰਿਟੀ ਆਫ ਦ ਕਰੰਸੀ, ਈਵਨ ਸਾਡੀ ਲੂਮੀ ਦੇ ਅਗੇਂਸਟ ਵੀ ਆਲਮੋਸਟ 30-40 ਬੇਸਿਸ ਪੁਆਇੰਟਸ ਲੂਜ਼ਿੰਗ ਟੁਡੇ। ਔਰ ਇਸੇ ਕਰਕੇ ਕਿ ਮੈਂ ਕਹਾਂਗਾ ਵੀ ਕਰੰਸੀ ਜਿਹੜੀ ਹੈ ਸਰ, ਉਹ ਇੱਕ ਐਸੀ ਚੀਜ਼ ਹੈ ਜਿਹਦੇ ਅੰਦਰ ਬਹੁਤ ਸਾਰੇ ਫੈਕਟਰਸ ਇਨਵੋਲਡ ਹੁੰਦੇ ਨੇ। ਉਹਦੇ ਅੰਦਰ ਜਿਓ ਪੋਲੀਟੀਕਲ ਹੈ, ਇੰਟਰਨਲ ਪੋਲਿਟਿਕਸ ਹੈਗੀ ਆ, ਹੋਰ ਬਹੁਤ ਸਾਰੇ ਫੈਕਟਰ ਨੇ। ਤੇ ਜੇਕਰ ਤੁਸੀਂ ਇਨਵੈਸਟਮੈਂਟ ਕਰਦੇ ਆ ਕਿਸੇ ਫੋਰਨ ਕੰਟਰੀ ਚ ਕਰਦੇ ਆ, ਡੈਫੀਨਿਟਲੀ ਦੈਨ ਕਰੰਸੀ ਇਜ਼ ਅ ਬਿਗ ਫੈਕਟਰ। ਅਦਰਵਾਈਜ਼ ਜੇ ਤੁਸੀਂ ਰਹਿਣਾ ਹੀ ਕੈਨੇਡਾ ਦੇ ਅੰਦਰ ਇਨਵੈਸਟਮੈਂਟ ਕਰਨੀ ਹੈ, then it's not a big factor. But gold is always a result against uncertainty. It's a hedge against uncertainty. Gold ਰੱਖਣਾ ਚੰਗੀ ਗੱਲ ਹੈ ਜੀ। ਸੁਰਿੰਦਰਪਾਲ ਸਿੰਘ ਜੀ, ਬੜੀ ਮਿਹਰਬਾਨੀ, ਬਹੁਤ ਸ਼ੁਕਰੀਆ ਤੁਹਾਡਾ। Thank you. ਥੈਂਕ ਯੂ।